ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਸ਼ਬਦੀ ਵਾਰ ਕੀਤੇ ਗਏ ਸੀ। ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਸਰਕਾਰ ਘੇਰੀ ਗਈ ਸੀ ਤੇ ਕੁਝ ਵੱਡੀਆਂ ਗੱਲਾਂ, ਕੁਝ ਤਕਰੀਰਾਂ ਦੱਸੀਆਂ ਸੀ, ਜਿਹਦੇ ਵਿੱਚ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਸੀ ਕਿ ਜੇਕਰ ਪੰਜਾਬ ਸਰਕਾਰ ਸਹੀ ਦਿਸ਼ਾ ਦੇ ਵੱਲ ਕੰਮ ਕਰਦੀ ਤਾਂ ਬਿਜਲੀ ਸੰਕਟ ਦੇ ਵਿੱਚ ਪੰਜਾਬ ਅੱਜ ਨਹੀਂ ਸੀ ਫਸਣਾ। ਤੇ ਨਾਲ ਉਹਨਾਂ ਦੇ ਵੱਲੋਂ ਕੁਝ ਸੁਝਾਅ ਵੀ ਦਿੱਤੇ ਗਏ। ਪਰ ਫਿਰ ਕੀ ਹੋਇਆ, ਨਵਜੋਤ ਸਿੰਘ ਸਿੱਧੂ ਦਾ ਉਹ ਸੁਝਾਅ ਮੰਨਣ ਦੀ ਬਜਾਏ ਇਹ ਗੱਲ ਕਹੀ ਗਈ ਕਿ ਨਵਜੋਤ ਸਿੰਘ ਸਿੱਧੂ ਦਾ ਭਾਈ ਬਿਜਲੀ ਦਾ ਲੱਖਾਂ ਰੁਪਇਆ ਦਾ ਆਪਣੇ ਘਰ ਦਾ ਪੈਂਡਿੰਗ ਬਿੱਲ ਪਿਆ। ਕਿਉਂ ਇਹ ਗੱਲਾਂ ਕਹੀਆਂ ਗਈਆਂ ਤੇ ਨਾਲ ਹੀ ਨਾਲ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਵੀ ਵੱਡਾ ਬਿਆਨ ਆਇਆ। ਉਹਨਾਂ ਨੇ ਵੱਖ-ਵੱਖ ਤਕਰੀਰਾਂ ਦੇ ਕੇ ਦੱਸਿਆ ਕਿ ਬਿਜਲੀ ਬਿੱਲ ਪੈਂਡਿੰਗ ਕਿਉਂ ਹੈ, ਕਿਸ ਤਰੀਕੇ ਦੇ ਨਾਲ ਘਪਲਾ ਹੋ ਰਿਹਾ ਹੈ, ਕਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣ, ਉਹਨਾਂ ਸਾਰਿਆਂ ਨੂੰ ਠੋਕਵੇਂ ਜਵਾਬ ਦਿੱਤੇ ਨੇ। ਕੀ ਕੁਝ ਕਹਿੰਦੇ ਨੇ ਨਵਜੋਤ ਕੌਰ ਸਿੱਧੂ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਤੇ ਨਾਲ ਇਹ ਕੋਸ਼ਿਸ਼ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੀਆਂ ਤਕਰੀਰਾਂ ਤੇ ਸੁਝਾਅ ਮੰਨਣ ਦੇ ਬਜਾਏ ਉਹਨਾਂ ਨੂੰ ਇਸ ਕੋਝੀ ਸਾਜ਼ਿਸ਼ ਦੇ ਵਿੱਚ ਕਿਉਂ ਘੇਰਿਆ ਜਾ ਰਿਹਾ ਵਿਰੋਧੀ ਪਾਰਟੀਆਂ ਦੇ ਵੱਲੋਂ, ਆਪਣੀ ਹੀ ਸਰਕਾਰ ਦੇ ਵੱਲੋਂ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਕਿ ਨਵਜੋਤ ਕੌਰ ਸਿੱਧੂ ਦੇ ਵੱਲੋਂ ਜਿਹੜਾ ਸ਼ਬਦੀ ਵਾਰ ਕੀਤੇ ਗਏ ਆ, ਤੇ ਸਭ ਤੋਂ ਪਹਿਲਾਂ ਆਪਾਂ ਗੱਲ ਇਸ ਤੇ ਕਰੀਏ ਕਿ ਨਵਜੋਤ ਕੌਰ ਸਿੱਧੂ ਦੇ ਵੱਲੋਂ ਪੈਂਡਿੰਗ ਬਿੱਲ ਤੇ ਸਫਾਈ ਕੀ ਦਿੱਤੀ ਗਈ? ਦੇਖੋ, ਨਵਜੋਤ ਕੌਰ ਸਿੱਧੂ ਵੱਲੋਂ ਜੋ ਅੱਜ ਪ੍ਰਤੀਕਰਮ ਦਿੱਤਾ ਗਿਆ ਉਹਦੇ ਸੰਬੰਧੀ ਤਾਂ ਚਲੋ ਗੱਲ ਆਪਾਂ ਬਾਅਦ ਚ ਕਰਨੀ ਹੈ, ਜਾਂ ਜੋ ਉਹਨਾਂ ਨੇ ਆਪਣੀ ਸਫਾਈ ਦਿੱਤੀ ਹੈ ਉਹ ਗੱਲ ਕਰੀਏ। ਪਰ ਉਸ ਤੋਂ ਪਹਿਲਾਂ ਇਹ ਗੱਲ ਕਹਿਣੀ ਜ਼ਰੂਰੀ ਹੈ ਕਿ ਇਸ ਭੂਮੀ ਦੇ ਵਿੱਚ ਵਾਪਰਿਆ ਕੀ ਕੁਝ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਕੱਲ 9 ਟਵੀਟ ਕੀਤੇ ਤਾਂ ਉਹਨਾਂ 9 ਟਵੀਟਾਂ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਿਹੜੀ ਰਲੀ ਮਿਲੀ ਸਰਕਾਰ ਹੈ, ਜਿਹਨੇ ਪਿਛਲੇ 10 ਸਾਲ ਪੰਜਾਬ ਦੇ ਵਿੱਚ ਰਾਜ ਕੀਤਾ, ਤੇ ਕਿਸ ਤਰੀਕੇ ਨਾਲ ਉਹਨਾਂ ਨੇ ਬਿਜਲੀ ਮੁਲਕ ਜਾਂ ਬਿਜਲੀ ਸਮਝੌਤੇ ਕੀਤੇ, ਉਹਨਾਂ ਨੂੰ ਵੀ ਨੰਗਿਆ ਕੀਤਾ। ਤੇ ਨਾਲ ਹੀ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਿਹੜੀ ਕਾਰਜਕਾਰੀ ਸੀ ਉਹਨੂੰ ਵੀ ਲੋਕਾਂ ਦੇ ਸਾਹਮਣੇ ਲਿਆਂਦਾ ਔਰ ਦੱਸਿਆ ਕਿ ਜੇਕਰ ਨੀਅਤ ਸਾਫ਼ ਹੁੰਦੀ ਤਾਂ ਨਾ ਤਾਂ ਪੰਜਾਬ ਦੇ ਵਿੱਚ ਬਿਜਲੀ ਦੀ ਕੋਈ ਕਮੀ ਹੋਣੀ ਸੀ ਤੇ ਨਾ ਕੱਟਾਂ ਦੀ ਲੋੜ ਹੋਣੀ ਸੀ, ਕਿ ਜੇਕਰ ਕੋਈ ਬੰਦਾ ਆਪਣੀ ਡਿਊਟੀ ਜਿਹੜੀ ਹੈ ਠੀਕ ਤਰੀਕੇ ਨਾਲ ਕਰਦਾ। ਤਾਂ ਕੁਦਰਤੀ ਤੌਰ ਤੇ ਸੁਖਵਿੰਦਰ ਜੀ, ਜਦੋਂ ਇੱਕ ਤੁਹਾਡਾ ਵਿਰੋਧੀ ਤੁਹਾਡੇ ਤੇ ਬਿਆਨ ਦਾਗਦਾ ਪਿਆ ਤਾਂ ਕੁਦਰਤੀ ਤੌਰ ਤੇ ਉਸ ਦਾ ਪ੍ਰਤੀਕਰਮ ਤਾਂ ਹੋਣਾ ਹੀ ਹੋਣਾ ਸੀ। ਤਾਂ ਪ੍ਰਤੀਕਰਮ ਫਿਰ ਆਪੋ ਆਪਣੀ ਜਿੰਨੀ ਕੁ ਬੰਦੇ ਦੀ ਸ਼ਕਤੀ ਆ ਉਹਦੇ ਅਨੁਸਾਰ ਬੰਦਾ ਕਰਦਾ ਹੀ ਕਰਦਾ। ਤਾਂ ਸਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਕਿਤੇ ਉਹ ਚੁੱਕਿਆ ਮਸਲਾ ਕਿ 18 ਲੱਖ ਦਾ ਜਿਹੜਾ ਬਕਾਇਆ ਸੀ ਉਹ ਨਵਜੋਤ ਸਿੰਘ ਸਿੱਧੂ ਵੱਲ ਕੱਢ ਦਿੱਤਾ ਗਿਆ ਕਿ 18.5 ਲੱਖ ਰੁਪਏ ਦਾ ਜਿਹੜਾ ਬਿੱਲ ਆ ਇਹਨਾਂ ਨੇ ਤਾਰਿਆ ਨਹੀਂ। ਤੇ ਘੰਟੇ ਕੁ ਬਾਅਦ ਹੀ ਉਹ ਜਿਹੜੀ ਸਾਰੀ ਤਫਸੀਲ ਉਹ ਸਾਫ਼ ਹੋ ਗਈ ਕਿ 3.5 ਲੱਖ ਇੱਕ ਵਾਰੀ ਤਾਰਿਆ, 10 ਲੱਖ ਇਸ 30 ਮਾਰਚ ਨੂੰ ਤਾਰਿਆ, ਤੇ ਬਾਕੀ ਜਿਹੜਾ 7-8 ਲੱਖ ਆ ਉਹਦੇ ਸੰਬੰਧੀ ਉਹਨਾਂ ਨੇ ਇਹ ਗੱਲ ਕਹੀ ਕਿ ਗਰਮੀਆਂ ਸਰਦੀਆਂ ਦਾ ਬਿੱਲ ਜਿਹੜਾ ਉਹ ਸਾਨੂੰ ਕਿਉਂ ਇਕੱਠਾ ਪਾਇਆ ਜਾਂਦਾ, ਇਹਦੀ ਜਿਹੜੀ ਤਫਸੀਲ ਜਿਸ ਤਰ੍ਹਾਂ ਬੀਬੀ ਨਵਜੋਤ ਕੌਰ ਸਿੱਧੂ ਨੇ ਦਿੱਤੀ। ਤਾਂ ਇਹ ਗੱਲ ਹੋ ਗਈ। ਤੇ ਬਿੱਲ ਜਿਹੜਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਜੇ ਕਈ ਵਾਰੀ ਪੁੱਟਿਆ ਭਾਰ ਤੇ ਨਿਕਲਿਆ ਚੂਹਾ, ਗੱਲ ਤੇ ਕੁਝ ਵੀ ਨਹੀਂ। ਗੱਲ ਤਾਂ ਮੁੱਦਾ ਤਾਂ ਸਿਰਫ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਸੁੱਕਾ ਨਹੀਂ ਜਾਣ ਦੇਣਾ। ਜੇ ਉਹਨੇ ਤੀਰ ਛੱਡਿਆ ਤੇ ਅੱਗੋਂ ਆਪਾਂ ਬ੍ਰਹਮਸਤਰ ਛੱਡ ਦੇਣਾ ਜਾਂ ਕੋਈ ਹੋਰ ਤੀਰ ਛੱਡ ਦੇ, ਜਿਸ ਤਰ੍ਹਾਂ ਆਮ ਤੌਰ ਤੇ ਜੰਗ ਦੇ ਲੜਾਈਆਂ ਦੇ ਮੈਦਾਨ 'ਚ ਹੁੰਦਾ। ਚਲੋ, ਉਹ ਮੁੱਦਾ ਤੇ ਕੱਲ ਖਤਮ ਹੋ ਗਿਆ। ਜਦੋਂ ਅੱਜ ਸੁਖਬੀਰ ਸਿੰਘ ਬਾਦਲ ਹੁਣੀ ਬੋਲੇ ਤਾਂ ਸੁਖਬੀਰ ਸਿੰਘ ਬਾਦਲ ਹੁਣੀ ਜਦੋਂ ਬੋਲਦੇ ਆ ਉਹ ਕਈ ਵਾਰੀ ਇਹੋ ਜਿਹੀ ਵੀ ਚੀਜ਼ਾਂ ਬੋਲ ਜਾਂਦੇ ਆ ਕਿ ਜਿਵੇਂ ਉਹਨਾਂ ਨੂੰ ਉਹ ਮਹੱਤਤਾ ਤਾਂ ਉਹਦੀ ਹੁੰਦੀ ਨਹੀਂ, ਵੈਸੇ ਹੀ ਬੋਲ ਜਾਂਦੇ ਆ। ਉਹ ਜਿਸ ਤਰ੍ਹਾਂ ਆਹ ਗੱਲ ਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਕੌਰ ਸਿੱਧੂ ਦੇ ਸੰਦਰਭ ਦੀ ਗੱਲ ਤਾਂ ਆਪਾਂ ਬਾਅਦ ਚ ਕਰਦੇ ਹਾਂ। ਜਿਵੇਂ ਕੱਲ ਉਹ ਮਾਨਸਾ ਦੇ ਇੱਕ ਇਲਾਕੇ 'ਚ ਬੋਲਦੇ ਪਏ ਸੀ, ਕਹਿੰਦਾ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਮਤਲਬ ਨਹਿਰਾਂ ਦੇ ਵਿੱਚ ਜਿਹੜੇ 12 ਸਾਲ ਦੇ ਵਿੱਚ 24 ਮਹੀਨੇ ਜਿਹੜਾ ਪਾਣੀ ਜਿਹੜਾ ਉਹ ਦਿਆ ਕਰਦਾ। ਮਤਲਬ ਉਹ ਗੱਲ ਇਸ ਤਰ੍ਹਾਂ, ਗੱਲ ਤੇ ਸਾਲ ਦੇ 12 ਮਹੀਨੇ ਕਿ 12 ਮਹੀਨੇ 24 ਮਹੀਨੇ ਅਸੀਂ ਪਾਣੀ ਨਹਿਰਾਂ 'ਚ ਸੁੱਕਾ ਨਹੀਂ ਦੇਣਾ। ਸੋ ਉਹਨਾਂ ਦੇ ਬਿਆਨਾਂ ਦੀ ਜਿਹੜੀ ਜ਼ਿਆਦਾ ਗੰਭੀਰਤਾ ਨਾਲ ਲੋਕ ਲੈਂਦੇ ਨਹੀਂ ਹੈ, ਜਿਸ ਤਰੀਕੇ ਦੀ ਉਹ ਬਿਆਨਬਾਜ਼ੀ ਕਰਦੇ ਆ। ਪਰ ਜਦੋਂ ਹੁਣ ਤਗੜਾ ਵਿਰੋਧੀ ਆਪਣੇ ਵਿਰੋਧੀ ਤੇ ਵਾਰ ਕਰਦਾ, ਕਿਉਂਕਿ ਬੀਤੇ 2-3 ਦਿਨ ਤੋਂ ਸੁਖਬੀਰ ਬਾਦਲ ਸਿੱਧੇ ਨਵਜੋਤ ਸਿੰਘ ਸਿੱਧੂ ਦੇ ਵਾਰ ਕਰਦੇ ਪਏ ਆ, ਤਾਂ ਵਾਰ ਦਾ ਜਵਾਬ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਵੱਲੋਂ ਠੋਕ ਕੇ ਦਿੱਤਾ ਜਾ ਰਿਹਾ। ਜਿਸ ਤਰ੍ਹਾਂ ਮਿਸਗਾਈਡਡ ਮਿਜ਼ਾਈਲ ਕਿਹਾ, ਤਾਂ ਦੂਜੇ ਪਾਸੇ ਹੀ ਨਵਜੋਤ ਸਿੰਘ ਸਿੱਧੂ ਨੇ ਸੁਖਨਾਵਾਸ ਦੀ ਗੱਲਬਾਤ ਕਰਤੀ ਕਿ ਮੈਂ ਛੱਡਣਾ ਨਹੀਂ। ਤਾਂ ਕੁਦਰਤੀ ਤੌਰ ਤੇ ਸੀ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ
ਨਵਜੋਤ ਸਿੰਘ ਸਿੱਧੂ ਦਾ ਵਾਰ ਕੀਤਾ ਤਾਂ ਫਿਰ ਉਹਨਾਂ ਨੂੰ ਉਹਦਾ ਪ੍ਰਤੀਕਰਮ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਤੇ ਫਿਰ ਬੀਬੀ ਨਵਜੋਤ ਕੌਰ ਸਿੱਧੂ ਵੱਲੋਂ ਜਿਹੜਾ ਪ੍ਰਤੀਕਰਮ ਆਇਆ ਨਾ ਸੁਖਵਿੰਦਰ ਜੀ, ਉਹ ਬੜਾ ਜ਼ਬਰਦਸਤ ਆਇਆ। ਜਿਸ ਤਰ੍ਹਾਂ ਕਹਿੰਦੇ ਨਾ ਕਿ ਬੰਦਿਆਂ ਦੇ ਪੋਤਲੇ ਫੋਲਣੇ, ਜਿਸ ਤਰ੍ਹਾਂ ਆਮ ਤੌਰ ਤੇ ਪੰਜਾਬੀ ਚ ਇੱਕ ਖਾਣ ਹੁੰਦਾ ਕਿ ਪੋਤਲੇ ਫੋਲ ਕੇ ਰੱਖ ਦਿੱਤੇ, ਤਾਂ ਬੀਬੀ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਪੋਤਲੇ ਫੋਲ ਕੇ ਰੱਖ ਦਿੱਤੇ ਤੇ ਲੋਕਾਂ ਦੇ ਸਾਹਮਣੇ ਇੱਕ ਕਿਸਮ ਨਾਲ ਵਿਖਾਤਾ ਕਿ ਤੁਸੀਂ ਇਹ ਜੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕੀਤੀ ਕਿ ਆਹ ਜੋ ਸਾਨੂੰ ਬਿੱਲ ਪਾਇਆ ਗਿਆ, ਬਿੱਲ ਦੀ ਮੌਜੂਦਾ ਕੰਡੀਸ਼ਨ ਇਹ ਆ, ਸਾਡੇ ਵੱਲ ਇੰਨਾ 7 ਜਾਂ 8 ਲੱਖ ਰੁਪਇਆ ਬਕਾਇਆ ਬਣਦਾ, ਉਹਦੇ ਵਾਸਤੇ ਬਕਾਇਦਾ ਤੌਰ ਤੇ ਅਸੀਂ ਐਪਲੀਕੇਸ਼ਨ ਦਿੱਤੀ ਆ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਸਾਡਾ ਗਰਮੀਆਂ ਔਰ ਸਰਦੀਆਂ ਦਾ ਬਿੱਲ ਜਿਹੜਾ ਉਹ ਇੱਕੋ ਤਰ੍ਹਾਂ ਕਿਉਂ ਹੁੰਦਾ। ਬੇਸ਼ੱਕ 60 ਟਨ ਉਹਨਾਂ ਦਾ ਕਿਲੋਵਾਟ ਅੰਮ੍ਰਿਤਸਰ ਜਿਹੜਾ ਘਰ ਆ ਉੱਥੇ ਉਹ 60 ਟਨ ਦਾ ਹੈਗਾ, ਤਾਂ ਮੈਂ ਜਿਹੜੇ ਲੋਕ ਤੇ 50-60 ਹਜ਼ਾਰ ਇੱਥੇ ਤਾਂ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇਹ ਆਮ ਜੀ ਗੱਲ ਹੈ। ਬਿਜਲੀ ਵਿਭਾਗ ਦੇ ਅਜਿਹੇ ਕਾਰਨਾਮੇ ਜਿਹੜੇ ਆ ਉਹ ਬਹੁਤ ਸਾਰੇ ਸਾਹਮਣੇ ਆਉਂਦੇ ਰਹਿੰਦੇ। ਆਪਾਂ ਅਕਸਰ ਅਖਬਾਰਾਂ ਦੇ ਵਿੱਚ, ਟੀਵੀ ਦੇ ਉੱਪਰ ਖਬਰਾਂ ਦੇਖਦੇ ਰਹਿੰਦੇ, ਜਿਨ੍ਹਾਂ ਦੇ ਵਿੱਚ ਇੱਕ ਪੱਖੇ ਦਾ ਬਿੱਲ ਕਈ ਵਾਰੀ 50-50 ਹਜ਼ਾਰ ਆ ਜਾਂਦਾ ਤੇ ਕਈ ਵਾਰੀ ਤਾਂ 1.5 ਕਰੋੜ ਦਾ 1 ਕਰੋੜ ਵੀ ਬਿੱਲ ਇੱਕ ਜ਼ੀਰੋ ਦੀ ਗਲਤੀ ਨਾਲ, ਬਿਜਲੀ ਵਿਭਾਗ ਦੀ ਗਲਤੀ ਨਾਲ ਆਮ ਗਰੀਬ ਘਰਾਂ ਨੂੰ ਵੀ ਆਇਆ। ਯਾਨੀ ਕਿ ਇਹ ਘਪਲੇ ਜਿਹੜੀ ਗੱਲਬਾਤ ਆਉਂਦੀ ਹੈ ਬਿਜਲੀ ਵਿਭਾਗ ਦੀ, ਅਕਸਰ ਆਉਂਦੀ ਰਹਿੰਦੀ ਹੈ ਸਾਹਮਣੇ, ਤੇ ਉਸੇ ਨੂੰ ਉਜਾਗਰ ਕਰਨ ਦੇ ਲਈ, ਉਹਦਾ ਪਤਾ ਕਰਨ ਦੇ ਲਈ ਹੀ ਨਵਜੋਤ ਕੌਰ ਸਿੱਧੂ ਦਾ ਕਹਿਣ ਦਾ ਭਾਵ ਆ ਕਿ ਅਸੀਂ ਪਤਾ ਕੀਤਾ ਹੈ, ਪੈਂਡਿੰਗ ਰੱਖੀ ਹੋਈ ਆ, ਉਹ ਐਪਲੀਕੇਸ਼ਨ ਦਿੱਤੀ ਹੈ ਕਿ ਸਾਡਾ ਬਰਾਬਰ ਗਰਮੀਆਂ 'ਚ ਵੀ ਕਿਉਂ ਆਉਂਦਾ ਹੈ ਉਨਾ ਹੀ ਤੇ ਸਰਦੀਆਂ 'ਚ ਵੀ ਕਿਉਂ, ਜਦ ਕਿ ਗਰਮੀਆਂ ਦੇ ਵਿੱਚ ਤਾਂ ਏਸੀ ਜਾਂ ਕੁਝ ਕੂਲਰ, ਪੱਖੇ ਵਗੈਰਾ ਜੋ ਵੀ ਆ, ਫਰਿੱਜ ਵਗੈਰਾ ਜ਼ਿਆਦਾ ਚੱਲਦੀਆਂ ਤੇ ਸਰਦੀਆਂ ਵਿੱਚ ਉਹਨਾਂ ਨਹੀਂ ਚੱਲਦਾ। ਕਹਿਣ ਦਾ ਭਾਵ ਦੇਖੋ, ਇਹ ਤਸਵੀਰ ਦਾ ਇੱਕ ਦੂਜਾ ਰੁਖ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਕਿਹੜੇ ਉੱਤੋਂ ਉਤਰੇ, ਉਹ ਵੀ ਤਾਂ ਇੱਕ ਸਧਾਰਨ ਮਨੁੱਖੀ ਆ, ਤੇ ਜੇਕਰ ਉਸ ਨੂੰ ਬਿੱਲ ਜ਼ਿਆਦਾ ਆਉਂਦਾ ਤਾਂ ਉਹਦਾ ਅਧਿਕਾਰ ਆ ਕਿ ਉਹ ਜਾ ਕੇ ਐਪਲੀਕੇਸ਼ਨ ਬਿਜਲੀ ਬੋਰਡ ਨੂੰ ਦਵੇ ਜਾਂ ਆਪਣਾ ਪਤਾ ਕਰ ਸਕਦਾ। ਇਹ ਤਸਵੀਰ ਦਾ ਦੂਜਾ ਰੁਖ ਆ। ਸਿੱਧੂ ਸਾਹਿਬ, ਜਿਹੜੀ ਮੈਂ ਗੱਲ ਕਰ ਰਿਹਾ, ਮੈਂ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਦੀ ਕਰ ਰਿਹਾ ਕਿ ਜਿਹੜੇ ਉਹ ਪ੍ਰਤੀਕਰਮ ਦੇ ਰੂਪ ਦੇ ਵਿੱਚ ਸੁਖਬੀਰ ਬਾਦਲ ਨੂੰ ਉਹਨਾਂ ਨੇ ਬਖੀਏ ਢੇੜ ਕੇ ਰੱਖਦੇ। ਕਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ, ਕਹਿੰਦੇ ਕਿ ਵੇਖੋ, ਜਿਹੜਾ ਬੰਦਾ ਅਜਮੇਰ ਔਲਖ ਨੂੰ ਪ੍ਰਸਿੱਧ ਨਾਟਕਕਾਰ ਮਾਨਸਾ ਦਾ ਹੋਇਆ, ਜਦੋਂ ਡੈਥ ਹੋਈ ਤਾਂ ਨਵਜੋਤ ਸਿੰਘ ਸਿੱਧੂ ਉਹਦੇ ਘਰ ਪਹੁੰਚੇ, 8 ਲੱਖ ਰੁਪਈਆ ਅਜਮੇਰ ਔਲਖ ਨੂੰ ਜਿਹੜਾ ਉਹਨਾਂ ਨੇ ਦਿੱਤਾ। ਅੰਮ੍ਰਿਤਸਰ ਰਾਜਾ ਸਾਂਸੀ ਦੇ ਖੇਤਰ ਦੇ ਵਿੱਚ ਕਿੰਨੇ ਕਿਸਾਨ ਨੇ, ਜਦੋਂ ਪਿੱਛੇ ਜਿਹੇ ਕਿਸਾਨਾਂ ਦੀ ਮੂਵਮੈਂਟ ਜਦੋਂ ਰੇਲਵੇ ਰੋਕੂ ਹੋਇਆ ਤਾਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਜੇਬ ਚੋਂ ਹਰ ਬੰਦੇ ਨੂੰ 50-50 ਜਾਂ ਮਤਲਬ ਲੱਖ ਰੁਪਈਆ ਜਿਹੜਾ ਸੀ ਉਹ ਦਿੱਤਾ ਸੀ। ਹੁਣ ਕਰੋਨਾ ਕਾਲ ਦੇ ਵਿੱਚ 800 ਪਰਿਵਾਰ ਨੇ ਜਿਨ੍ਹਾਂ ਨੂੰ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਜਿਹੜੇ ਦਿੱਤੇ। ਜਦੋਂ ਅੰਮ੍ਰਿਤਸਰ ਵਿੱਚ ਇੱਕ ਰੇਲ ਹਾਦਸਾ ਹੋਇਆ, ਉਦੋਂ ਵੀ ਸੰਬੰਧਿਤ ਪਰਿਵਾਰਾਂ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਜੇਬ ਚੋਂ ਕੱਢ ਕੇ ਸਹਾਇਤਾ ਜਿਹੜੀ ਦਿੱਤੀ ਗਈ। ਔਰ ਦੂਸਰੇ ਬੰਨੇ ਭਗਤ ਸਿੰਘ ਦਾ ਜਿਹੜਾ ਜੱਦੀ ਘਰ ਆ, ਜਿਹਦੇ ਸੰਬੰਧੀ ਜਿਹੜੀ ਮਿੱਟੀ ਦੀ ਸਹੁੰ ਚੁੱਕ ਕੇ ਬੜਿਆਂ ਲੋਕਾਂ ਨੇ ਮਿੱਟੀ ਦੀ ਸਹੁੰ ਵੀ ਖਾਧੀ, ਉਹਦਾ ਬਿੱਲ ਵੀ ਜਿਹੜਾ ਸੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਜੇਬ 'ਚ ਅਦਾ ਕੀਤਾ। ਤਾਂ ਭਾਵ ਇਹ ਹੈ ਕਿ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਕਿ ਉਹ 8 ਲੱਖ ਦਾ ਬਿੱਲ ਦੇ ਨਹੀਂ ਸਕਦਾ, ਤੇ ਦੂਜੇ ਪਾਸੇ ਉਹ ਭਾਰਤ ਦਾ ਇੱਕ ਨੁਮਾਇੰਦਾ ਆ, ਸ਼ਹਿਰੀ ਆ, ਜੇਕਰ ਉਹਨੂੰ ਲੱਗਦਾ ਘਪਲੇਬਾਜ਼ੀ ਹੁੰਦੀ ਤੇ ਉਹਦਾ ਹੱਕ ਬਣਦਾ ਕਿ ਉਹ ਐਪਲੀਕੇਸ਼ਨ ਦੇਵੇ ਤਾਂ ਪਤਾ ਲੱਗੇ। ਔਰ ਸਿੱਧੂ ਸਾਹਿਬ, ਇੰਟਰਸਟਿੰਗ ਗੱਲ ਇਹ ਆ ਕਿ ਬਿਜਲੀ ਬੋਰਡ ਵੱਲੋਂ ਤਾਂ ਕੋਈ ਪ੍ਰਤੀਕਰਮ ਕੀਤਾ ਹੀ ਨਹੀਂ ਗਿਆ, ਤਾਂ ਪ੍ਰਤੀਕਰਮ ਕੌਣ ਦੇ ਰਿਹਾ, ਬਿਆਨ ਕੌਣ ਕਰ ਰਿਹਾ? ਇਹ ਜਿਹੜੀਆਂ ਪਾਰਟੀਆਂ। ਤਾਂ ਬੀਬੀ ਨਵਜੋਤ ਕੌਰ ਸਿੱਧੂ ਨੇ ਜਦੋਂ ਫਿਰ ਬਖੀਏ ਜਿਹੜੇ ਕਿਸ ਤਰ੍ਹਾਂ ਦੇ ਕਹਿੰਦੇ ਕਿ ਉਹਨਾਂ ਸੁਖਬੀਰ ਬਾਦਲ ਤੇ ਸਿੱਧਾ ਵਾਰ ਉਹਨਾਂ ਨੇ ਇਹ ਕੀਤਾ ਕਿ ਤੁਸੀਂ ਸਾਡੇ ਤੇ ਇਲਜ਼ਾਮ ਲਾਉਂਦੇ ਜੇ, ਅਸੀਂ ਅੱਜ ਤੱਕ ਕਦੇ ਵੀ ਸਰਕਾਰੀ ਖਾਤੇ 'ਚੋਂ, ਸਰਕਾਰੀ ਮਸ਼ੀਨ 'ਚ ਇੱਕ ਪੈਸੇ ਦਾ ਆਪਣੇ ਤੇ ਖਰਚ ਨਹੀਂ ਕੀਤਾ, ਜਦੋਂ ਕਿ ਤੁਸੀਂ ਪੈਨਸ਼ਨਾਂ ਵੀ ਲੈਂਦੇ ਜੀ ਤੇ ਆਪਣੇ ਸਰਕਾਰੀ ਘਰਾਂ ਦਾ, ਆਪਣੇ ਨਿੱਜੀ ਘਰਾਂ ਦਾ ਵੀ ਜਿਹੜਾ ਬਿੱਲਾਂ ਦਾ ਭੁਗਤਾਨ ਆ ਉਹ ਤੁਸੀਂ ਸਰਕਾਰੀ ਖਾਤੇ 'ਚੋਂ ਕਰਦੇ ਜੇ। ਇੱਥੋਂ ਤੱਕ ਕਿ ਜਿਹੜਾ ਤੁਸੀਂ ਜੇਬ ਦੇ ਵਿੱਚੋਂ ਵੀ ਕਿਤੇ ਜਾਂਦੇ ਜੇ। ਉਹਨਾਂ ਨੇ ਬੀਬੀ ਨਵਜੋਤ ਕੌਰ ਸਿੱਧੂ ਨੇ ਬੜੀ ਤਗੜੀ ਗੱਲ ਕਹੀ ਕਿ ਮੈਂ ਤੁਹਾਡੇ ਨਾਲ ਕੰਮ ਕੀਤਾ, ਮੈਂ ਤੁਹਾਡੇ ਨਾਲ ਰਹੀ ਹਾਂ, ਤੇ ਜਦੋਂ ਤੁਸੀਂ ਜਾਂਦੇ ਕਿਤੇ ਦੇਣੇ ਹੋਣ ਤਾਂ ਜੇਬ 'ਚੋਂ 500 ਰੁਪਈਆ ਵੀ ਨਾ ਤੁਸੀਂ ਪਿਛਲੇ ਬੰਦੇ ਦੀ ਜੇਬ 'ਚੋਂ ਕੱਢ ਕੇ ਤੁਸੀਂ ਅਗਲੇ ਬੰਦੇ ਨੂੰ ਫੜਾਉਂਦੇ ਜੇ। ਤੁਹਾਡੀ ਆਪਣੀ ਜੇਬ 'ਚ ਪੈਸਾ ਜਿਹੜਾ ਇੱਕ ਨਹੀਂ ਹੁੰਦਾ, ਤਾਂ ਤੁਸੀਂ ਕਿਸ ਚੀਜ਼ ਦੀ ਗੱਲ ਕਰਦੇ ਜੇ? ਉਹ ਬੰਦਾ 30 ਕਰੋੜ ਰੁਪਏ ਸਾਲਾਨਾ ਜਿਹੜੀ ਆਮਦਨ ਆ, ਉਸ ਨੌਕਰੀ ਨੂੰ ਛੱਡ ਕੇ ਪੰਜਾਬ ਦੇ ਲੋਕ ਹਿੱਤਾਂ ਦੀ ਗੱਲ ਕਰਨ ਵਾਸਤੇ, ਪੰਜਾਬ ਦੇ ਲੋਕ ਮੁੱਦਿਆਂ ਦੀ ਗੱਲ ਕਰਨ ਵਾਸਤੇ ਆਪਣੇ ਘਰ 'ਚ ਬੈਠਾ ਆ, ਤੇ ਘਰ 'ਚ ਬੈਠਾ ਨੌਕਰੀ ਉਹਨੇ ਤਿਆਗੀ ਆ। ਪਰ ਦੂਜੇ ਪਾਸੇ ਤੁਸੀਂ ਕਦੇ ਵੀ ਕੋਈ ਮੌਕਾ ਅਜਿਹਾ ਨਹੀਂ ਛੱਡਿਆ ਜਿੱਥੋਂ ਸਰਕਾਰੀ ਸਹਾਇਤਾ ਤੁਸੀਂ ਪ੍ਰਾਪਤ ਨਾ ਕਰਦੇ ਹੋ। ਇਹ ਆਮ ਜੀਆਂ ਗੱਲਾਂ ਆਪਾਂ ਸੁਣਦੇ ਰਹਿੰਦੇ ਆ। ਤੇ ਸਿਮਰਜੀਤ ਸਿੰਘ ਬੈਂਸ ਦੇ ਪਰਿਵਾਰ ਦੇ ਬਾਰੇ ਵੀ ਪਿਛਲੀ ਦਿਨੀ ਇੱਕ ਬੜੀ ਗੱਲ ਆਈ ਸੀ ਕਿ ਉਹਨਾਂ ਨੇ ਵੀ ਜਿਹੜਾ ਲੱਖਾਂ ਰੁਪਈਆ ਆਪਣੇ ਪਰਿਵਾਰ ਦੇ ਇਲਾਜ ਦੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਵਰਤਿਆ। ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਇਮਾਨਦਾਰ ਕਹਾਉਣ ਵਾਲੇ ਤੇ ਰਜਵਾੜਾਸ਼ਾਹੀ ਕਹਾਉਣ ਵਾਲੇ ਲੀਡਰ ਵੀ ਜਿਹੜੇ ਆਪਣੇ ਪਰਿਵਾਰ ਦਾ ਖਰਚਾ ਖੁਦ ਚਲਾ ਸਕਦੇ ਆ, ਇੰਨੀ ਸਮਰੱਥਾ ਦੇ ਮਾਲਕ ਹੈਗੇ ਆ, ਉਹ ਵੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਦੁਰਵਰਤੋਂ ਕਰਦੇ ਹੋਏ ਨਜ਼ਰ ਆਉਂਦੇ ਆ। ਬਿਲਕੁਲ ਬਿਲਕੁਲ। ਤੁਸੀਂ ਯਾਰ ਦੇਖੋ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁੰਦਾ, ਅਮਰੀਕਾ ਦਾ ਜਿਹੜਾ ਖਰਚਾ ਸੀ ਉਸ ਵੇਲੇ ਉਹ ਮੁੱਖ ਮੰਤਰੀ ਵੀ ਨਹੀਂ ਸਨ,
ਤਾਂ ਉਹਨਾਂ ਨੂੰ ਮੈਡੀਕਲ ਜਿਹੜੀ ਸਹਾਇਤਾ ਪੰਜਾਬ ਗੌਰਮੈਂਟ ਵੱਲੋਂ ਜਿਹੜੀ ਦਿੱਤੀ ਗਈ, ਉਹਨਾਂ ਦੇ ਬਿੱਲਾਂ ਦਾ ਭੁਗਤਾਨ ਜਿਹੜਾ ਸੀ ਅਮਰੀਕਾ ਦੇ ਵਿੱਚ, ਉਹ ਪੰਜਾਬ ਸਰਕਾਰ ਨੇ ਕੀਤਾ। ਔਰ ਸਿੱਧੂ ਸਾਹਿਬ ਆਹ ਜਿਹੜੀ ਬੀਬੀ ਨਵਜੋਤ ਕੌਰ ਸਿੱਧੂ ਨੇ ਅੱਜ ਗੱਲ ਕੀਤੀ ਆ, ਇਹਦੀਆਂ ਗੱਲਾਂ ਦੇ ਨਾਲ ਮੈਨੂੰ ਮਨਪ੍ਰੀਤ ਸਿੰਘ ਬਾਦਲ ਦੀ ਵਿਧਾਨ ਸਭਾ ਦੇ ਵਿੱਚ ਦਿੱਤਾ ਉਹ ਇੱਕ ਸਪੀਚ ਲੈਕਚਰ ਵੀ ਯਾਦ ਆਉਂਦਾ, ਭਾਸ਼ਣ ਵੀ ਯਾਦ ਆਉਂਦਾ, ਜਦੋਂ ਉਹਨਾਂ ਨੇ ਕਿਹਾ ਸੀ ਕਿ ਜਦੋਂ ਮੇਰੀ ਤਾਈ ਜੀ ਸਵਰਗਵਾਸ ਹੋਏ ਤੇ ਉਹਨਾਂ ਦਾ ਜਿਹੜਾ ਲੰਗਰ ਸੀ ਨਾ, ਉਸ ਭੋਗ ਦੇ ਉੱਤੇ ਜਿਹੜਾ ਲੰਗਰ ਸੀ ਉਹ ਵੀ ਸ਼੍ਰੋਮਣੀ ਕਮੇਟੀ ਨੇ ਲਾਏ, ਉਹ ਵੀ ਤੁਸੀਂ ਆਪਣੀ ਜੇਬ ਦੇ ਵਿੱਚੋਂ ਨਹੀਂ ਸੀ ਲਾਇਆ। ਸੋ ਕਹਿਣ ਦਾ ਅਰਥ ਹੈ ਸਿੱਧੂ ਸਾਹਿਬ ਵੇਖੋ ਕਿ ਬੰਦਾ ਕੀ ਕਰਦਾ, ਜੇਕਰ ਤੁਸੀਂ ਕਿਸੇ ਦੇ ਉਂਗਲ ਠੁੰਮਦੇ ਤੇ ਚਾਰ ਉਂਗਲਾਂ ਤੁਹਾਡੇ ਵੱਲ ਉੱਠਦੀਆਂ ਨੇ ਤਾਂ ਘੱਟੋ ਘੱਟ ਕੋਈ ਵੀ ਬਿਆਨ ਜਿਹੜਾ ਤੁਸੀਂ ਦਾਗ ਤੇ ਜੇ, ਕਿਉਂਕਿ ਜਿਹੜੀਆਂ ਪੋਜੀਸ਼ਨਾਂ 'ਚ ਤੁਸੀਂ ਬੈਠੇ ਜੇ ਉੱਥੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੁਸੀਂ ਇਹ ਵੇਖ ਲਓ ਕਿ ਬਿਆਨ ਤੁਸੀਂ ਦਾਗ ਕੇ ਦਿੱਤੇ ਰਹੇ ਜੇ ਤਾਂ ਅੱਗੋਂ ਫਿਰ ਕਿਹੋ ਜਿਹਾ ਜਵਾਬ ਆ। ਇਹ ਬੰਦੇ ਨੂੰ ਸੁਚੇਤ ਹੋਣਾ ਚਾਹੀਦਾ। ਸ਼ਾਇਦ ਸੁਖਬੀਰ ਸਿੰਘ ਬਾਦਲ ਹੋਣਾ ਦੀ ਇਹ ਪਤਾ ਹੀ ਨਹੀਂ ਕਿ ਉਹ ਬਿਆਨ ਦਾਗ ਜਾਂਦੇ ਆ, ਕਦੇ ਕਹਿੰਦੇ ਨੇ ਮੈਂ ਜਲਾਲਾਬਾਦ ਤੋਂ ਵੀ ਚੋਣ ਲੜਦੀ ਆ, ਕਦੇ ਕਹਿੰਦੇ ਮੈਂ ਲੰਬੀ ਤੋਂ ਵੀ ਚੋਣ ਲੜਦੀ ਆ। ਉਹ ਘਬੜੇਬਾਜ਼ੀ ਨੇ, ਉਹਨਾਂ ਦੀ ਕੋਈ ਜ਼ਿਆਦਾ ਇੰਨੀ ਗੰਭੀਰਤਾ ਨਾਲ ਆਮ ਲੋਕ ਪੰਜਾਬ ਦੇ ਨਹੀਂ ਲੈਂਦੇ, ਉਹਨਾਂ ਨੂੰ ਪਤਾ ਹੈ। ਪਰ ਬੀਬੀ ਨਵਜੋਤ ਕੌਰ ਸਿੱਧੂ ਨੇ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਔਰ ਆਪਣਾ ਪੱਖ ਉਹਨਾਂ ਨੇ ਪੇਸ਼ ਕੀਤਾ, ਤਾਂ ਉਹਦੀ ਸ਼ਖਸੀਅਤ ਦੇ ਦੋ ਪੱਖ ਸਿੱਧੂ ਸਾਹਿਬ ਨਜ਼ਰ ਆਉਂਦੇ ਆ। ਇੱਕ ਸ਼ਖਸੀਅਤ ਉਹਨਾਂ ਪਤਨੀ ਦਾ, ਕਿ ਜਿਹੜਾ ਪਤਨੀ ਧਰਮ ਆ ਉਹ ਇਸ ਤਰੀਕੇ ਨਾਲ ਨਿਭਾਇਆ ਜਾਂਦਾ, ਠੋਕ ਕੇ ਗੱਲਾਂ ਕੀਤੀਆਂ, ਤੇ ਜਦੋਂ ਉਹਨਾਂ ਨੇ ਰਾਜਨੀਤਿਕ ਪ੍ਰਬੰਧ ਵਿੱਚ ਪ੍ਰਪੇਸ਼ ਗੱਲ ਕੀਤੀ ਆ ਉਦੋਂ ਉਹਨਾਂ ਦੇ ਬੋਲ ਦੇ ਕੋਈ ਹੋਰ ਸਨ। ਤਾਂ ਇਹ ਜਿਹੜੀ ਉਹਨਾਂ ਦੀ ਪਰਸਨੈਲਿਟੀ ਦੇ, ਨਵਜੋਤ ਕੌਰ ਸਿੱਧੂ ਦੀ ਜਿਹੜੀ ਪਰਸਨੈਲਿਟੀ ਦੇ ਦੋ ਪੱਖ ਸਾਹਮਣੇ ਆਏ ਨਾ, ਇਹ ਪੱਖ ਬੜੇ ਵਧੀਆ ਸਾਹਮਣੇ ਆਏ। ਤਾਂ ਇਹ ਕਿ ਵੇਖੋ, ਇੱਕ ਉਹ ਔਰਤਾਂ ਜਿਹੜੀ ਆਪਣੇ ਪਤੀ ਨੂੰ ਉਹ ਕਹਿ ਨਹੀਂ ਸਕਦੇ, ਬਿਆਨ ਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣੇ ਪੱਲਿਓਂ ਇਲਾਜ ਕਰਾਇਆ ਆ। ਨਵਜੋਤ ਸਿੰਘ ਸਿੱਧੂ ਨੇ ਆਪਣੇ ਪੱਲਿਓਂ ਇਲਾਜ ਕਰਾਇਆ, ਉਹਨਾਂ ਕੋਲ ਸਹਾਇਤਾ ਨਹੀਂ ਲਈ। ਜਿਸ ਤਰ੍ਹਾਂ ਉਹ 3 ਵਾਰ ਦੇ MP ਨੇ, ਪੰਜਾਬ ਦੇ ਵਿੱਚ ਮੌਜੂਦਾ MLA ਨੇ, ਕੋਈ ਪੈਸੇ ਦੀ ਕੋਈ ਕਮੀ ਨਹੀਂ, ਆਪਣੇ ਸਰਕਾਰੀ ਸਹਾਇਤਾ ਲੈ ਸਕਦੇ। ਕਹਿੰਦੇ ਕਿ ਨਹੀਂ, ਲੋਕਾਂ ਦੇ ਹੱਕ ਸੱਚ ਦੀ ਗੱਲ ਕਰਨੀ ਆ। ਸੋ ਬੀਬੀ ਨਵਜੋਤ ਕੌਰ ਸਿੱਧੂ ਦੇ ਜਿਹੜੇ ਅੱਜ ਦੇ ਇਹ ਬਿਆਨ ਨੇ, ਉਹਨਾਂ ਦੀ ਸ਼ਖਸੀਅਤ ਦੇ ਦੋ ਪੱਖ ਸਾਹਮਣੇ ਹੁੰਦੇ। ਇੱਕ ਤੇ ਉਹਨਾਂ ਨੇ ਪਤਨੀ ਧਰਮ ਠੋਕ ਕੇ ਨਿਭਾਇਆ ਕਿ ਹਾਂ ਵੀ ਜੇ ਮੇਰਾ ਬੰਦਾ ਉੱਥੇ ਬੈਠਾ ਤਾਂ ਉਹਦੇ ਹੱਕ 'ਚ ਗੱਲ ਕਰਨ ਵਾਲੀ ਹੈ ਤਾਂ ਸਹੀ ਹੈ, ਉਹ ਗੱਲ ਬੜੀ ਸੁਚੱਜੇ ਔਰ ਵਧੀਆ ਤਰੀਕੇ ਨਾਲ ਕੀਤੀ ਹੈ। ਔਰ ਦੂਜਾ ਜਿਹੜਾ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਬਖੀਏ ਦੀ ਢੜਦਿਆਂ ਕਹਿ ਕਿ ਤੁਹਾਡੇ ਕੋਲ ਤਾਂ ਇਹ ਵੀ ਨਹੀਂ ਹੋਇਆ, ਤੁਹਾਡੇ ਕੋਲ ਉਹ ਵੀ ਨਹੀਂ ਹੋਇਆ, ਤਾਂ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਦਾ ਜਿਹੜਾ ਉਹ ਚਿਹਰਾ ਜਿਹੜਾ ਨੰਗਾ ਹੋ ਗਿਆ, ਜਿਸ ਦਾ ਮੂਲ ਮਨੋਰਥ ਸਿਰਫ ਇਹ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਨਵਜੋਤ ਸਿੱਧੂ ਨੂੰ ਬਦਨਾਮ ਕੀਤਾ ਜਾਵੇ। ਤਾਂ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣੀ ਰਲੇ, ਇਹ ਤੋਂ ਤਾਂ ਸਿੱਧੂ ਸਾਹਿਬ ਸਾਫ਼ ਸਪਸ਼ਟ ਹੋ ਜਾਂਦਾ ਕਿ ਦੋਵੇਂ ਬੰਦੇ ਰਲੇ ਨੇ। ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬਿੱਲਾਂ ਦਾ ਸ਼ੋਸ਼ਾ ਛੱਡਤਾ, ਉਹਨੇ ਆਪਣਾ ਬਿਆਨ ਛੱਡਤਾ, ਉਸ ਤੋਂ ਬਾਅਦ ਗੱਲ ਖਤਮ ਆ, ਬਦਨਾਮੀ ਸਿੱਧੂ ਦੀ ਕੀਤੀ ਜਾਵੇ। ਪਰ ਵੇਖੋ ਲੋਕ ਪੰਜਾਬ, ਜਿਸ ਤਰ੍ਹਾਂ ਆਪਾਂ ਪ੍ਰੋਗਰਾਮ 'ਚ ਗੱਲ ਕਰਦੇ ਕਿ ਲੋਕ ਅੱਜ ਕੱਲ੍ਹ ਦੇ ਏਡੇ ਲੋਕ ਨਹੀਂ ਆ, ਲੋਕਾਂ ਨੂੰ ਸਭ ਪਤਾ ਹੈ। ਹੁਣ ਨਵਜੋਤ ਸਿੰਘ ਸਿੱਧੂ ਦੇ ਤੁਸੀਂ ਕੀ ਇਲਜ਼ਾਮ ਲਾ ਲੋਗੇ ਕਿ ਬਿੱਲ ਨਹੀਂ ਤਾਰਿਆ, ਜਾਂ ਤਾਂ ਤੁਸੀਂ ਇਹ ਕਹੋਗੇ ਉਹਨੇ ਬਿੱਲ ਦਿੱਤਾ ਹੀ ਕੱਖ ਨਹੀਂ, ਜੇ ਨਹੀਂ ਦਿੱਤਾ ਆਪੇ ਦੇ ਦੂਗਾ। ਬਿਜਲੀ ਬੋਰਡ ਜਾਵੇ, ਉਹਦਾ ਕਨੈਕਸ਼ਨ ਕੱਟੇ, ਕੁਝ ਕਰੇ, ਬਿਜਲੀ ਬੋਰਡ ਦੀ ਜ਼ਿੰਮੇਵਾਰੀ ਆ, ਇੱਕ CM ਦੀ ਨਹੀਂ ਜ਼ਿੰਮੇਵਾਰੀ ਬਣਦੀ। ਹਾਂ, CM ਦੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਚੰਡੀਗੜ੍ਹੋਂ ਵਿਜੀਲੈਂਸ ਦਾ ਰੇਡ ਕਰਾਵੇ, ਉਹਨਾਂ ਦੇ ਘਰ ਕਰਾਵੇ, ਨਵਜੋਤ ਸਿੰਘ ਸਿੱਧੂ ਦੀ ਬਿਜਲੀ ਦਾ ਕਨੈਕਸ਼ਨ ਕੱਟੇ, ਜੋ ਕਰ ਸਕਦੇ ਆ। ਪਰ ਇਹ ਜਿਹੜੀਆਂ ਬਚਕਾਨੀਆਂ ਜਿਹੀਆਂ ਕਾਰਵਾਈਆਂ ਨੇ, ਕੱਲ ਦੀ ਵਿਚਾਰ ਚਰਚਾ 'ਚ ਤੁਸੀਂ ਇਹ ਗੱਲ ਕੀਤੀ ਸੀ, ਇਹਨੂੰ ਤੁਸੀਂ ਬਚਕਾਨੀਆਂ ਜਿਹੀਆਂ ਤਾਂ ਕਹਿ ਸਕਦੇ ਜੇ ਕਿ ਸੁਖਬੀਰ ਬਾਦਲ ਕੋਲ ਵੀ ਸਟੇਟਮੈਂਟ ਦਵਾ ਦਿਓ, ਉਧਰੋਂ ਵੀ ਦਵਾ ਦਿਓ। ਅੱਜ ਜੋ ਮੋਹਾਲੀ ਦੇ ਵਿੱਚ ਹੁਣ ਹੋ ਰਿਹਾ, ਮੋਹਾਲੀ ਦੇ ਵਿੱਚ ਪਰ ਵੇਖੋ ਉਹ ਲੋਕ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਹੈ ਤਾਂ ਪੰਜਾਬ ਦੇ ਲੋਕ, ਗੱਲ ਤੇ ਪੰਜਾਬ ਦੀ ਗੱਲ ਕਰ ਰਹੇ ਨਾ, ਪੰਜਾਬ ਦੀ ਹੱਕੀ ਮੰਗਾਂ ਦੀ ਗੱਲ ਕਰਨ ਡੇ ਆ, ਬਿਜਲੀ ਦੇ ਸੰਕਟ ਦੀ ਗੱਲ ਕਰ ਰਹੇ ਕਿ ਜੇ ਅਸੀਂ ਤੁਹਾਨੂੰ ਵੋਟਾਂ ਪਾ ਕੇ ਕੈਪਟਨ ਸਾਹਿਬ ਤੁਹਾਨੂੰ ਰਾਜ ਦਿੱਤਾ ਤਾਂ ਸਾਡੀਆਂ ਜਿਹੜੀਆਂ ਸਮੱਸਿਆਵਾਂ ਤੁਸੀਂ ਅਣਖੀ ਸਾਹਿਬ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਮਸਲਾ ਚੁੱਕਦੇ ਨੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹ ਬਿੱਲ ਵਾਇਰਲ ਕੀਤਾ ਜਾਂਦਾ, ਮਕਸਦ ਕੀ ਹੈ ਤੇ ਕਿਹੜੇ ਲੋਕਾਂ ਦਾ ਇਹ ਜਿਹੜਾ ਹੋ ਸਕਦਾ ਹੈ ਕਾਰਨਾਮਾ? ਜਵਾਬ ਸਵਾਲ ਇੱਕ ਵਾਰੀ ਦੁਬਾਰਾ ਕਰਦਾ, ਮੈਨੂੰ ਸਮਝ ਨਹੀਂ ਲੱਗੀ। ਮੈਂ ਕਿਹਾ ਜੀ, ਕਿਵੇਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਬਿਜਲੀ ਸੰਕਟ ਦੇ ਉੱਪਰ ਸਵਾਲ ਚੁੱਕਦੇ ਨੇ ਤੇ ਨਾਲ ਦੀ ਨਾਲ ਇਹ ਬਿੱਲ ਵਾਇਰਲ ਕੀਤਾ ਜਾਂਦਾ ਹੈ, ਮਕਸਦ ਕੀ ਹੈ ਇਸ ਦੇ ਪਿੱਛੇ ਤੇ ਕਿਹੜੇ ਲੋਕਾਂ ਦਾ ਇਸ ਦੇ ਪਿੱਛੇ ਉਦੇਸ਼? ਦੇਖੋ, ਮਕਸਦ ਤਾਂ ਸਾਫ਼ ਸਪਸ਼ਟ ਹੈ, ਜਿਸ ਤਰੀਕੇ ਨਾਲ ਗੱਲ ਅਸੀਂ ਕੱਲ ਵੀ ਕੀਤੀ। ਇੱਕ ਪਾਸੇ ਦਾ ਮਕਸਦ ਇਹ ਆ ਕਿ ਨਵਜੋਤ ਸਿੰਘ ਸਿੱਧੂ ਦੇ ਰਸਤੇ 'ਚ ਰੋੜੇ ਅਟਕਾਏ ਜਾਣ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਇਹ ਮੁੱਦਾ ਆ ਕਿ ਮੈਂ ਲੋਕ ਮੁੱਦਿਆਂ ਦੀ ਗੱਲ ਕਰਦੀ ਹੈ, ਮੈਂ ਉਹੀ ਲੋਕ ਮੁੱਦੇ ਉਠਾਏ ਨੇ ਜਿਹੜੇ ਬੀਤੇ ਸੰਦਰਭ ਦੇ ਵਿੱਚ, ਬੀਤੇ ਸਮੇਂ 'ਚ ਹੁੰਦਾ ਰਿਹਾ। ਉਹਨਾਂ ਮੁੱਦਿਆਂ ਦੀ ਗੱਲ ਕਰੋ, ਕਿਉਂਕਿ ਵੇਖੋ ਜਿਸ ਦਿਨ ਆਮ ਆਦਮੀ ਪਾਰਟੀ ਨੇ 300 ਯੂਨਿਟ ਸੁਪਰੀਮੋ ਨੇ ਆਣ ਕੇ ਮਾਫ ਕਰਨ ਦੀ ਗੱਲ ਕੀਤੀ ਤਾਂ ਉਸ ਦਿਨ ਦੀ ਸਾਰੀਆਂ ਪਾਰਟੀਆਂ ਨੂੰ ਪਹੁੰਚਲੀ ਪਈ ਆ ਕਿ ਅਸੀਂ ਗੱਲ ਕੀ ਕਰਦਾ। ਤਾਂ ਚਲੋ, ਜੇਕਰ ਕਾਂਗਰਸ ਪਾਰਟੀ ਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਣੀ ਨਹੀਂ ਕੋਈ ਬਿਆਨ ਕਰਦੇ, ਨਾ ਸਹੀ, ਘੱਟੋ ਘੱਟ ਜੇਕਰ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਸੁਝਾਅ ਦਿੱਤਾ, ਸੁਝਾਅ ਮੰਨਣ 'ਚ ਕੀ ਹਰਜ ਆ। ਪਰ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਇਹ ਸ਼ੈਲੀ ਆ ਕਿ ਮੈਂ ਜੋ ਕਰਦਾ
ਉਹੀ ਮੇਰਾ ਅੰਤਮ ਸੱਚ ਹੈ। ਤੇ ਕਿਸੇ ਤਰੀਕੇ ਨਾਲ ਮੈਂ ਨਵਜੋਤ ਸਿੰਘ ਸਿੱਧੂ ਨੂੰ ਲੋਕ ਨਾਇਕ ਨਹੀਂ ਬਣ ਦੇਣਾ, ਹੀਰੋ ਨਹੀਂ ਬਣ ਦੇਣਾ ਲੋਕਾਂ ਦੀਆਂ ਨਜ਼ਰਾਂ 'ਚ। ਇਹ ਸਾਰਾ ਕੁਝ ਇਹੋ ਨਾ ਸਮੇਟ ਕੇ ਲੈ ਜੇ ਕਿ ਜਿਸ ਤਰੀਕੇ ਨਾਲ ਮੈਂ ਇੱਕ ਇਤਿਹਾਸ ਰਚਨਾ ਆ ਕਿ ਮੈਂ 3 ਵਾਰੀ ਪੰਜਾਬ ਦਾ ਮੁੱਖ ਮੰਤਰੀ ਰਿਹਾ, ਕਿ ਮੇਰੇ ਤੋਂ ਬਿਨਾਂ ਸਰਕਾਰ ਹੀ ਨਹੀਂ ਬਣਦੀ ਰਹੀ। ਉਹਨਾਂ ਦਾ ਮੁੱਦਾ ਸਿਰਫ ਔਰ ਸਿਰਫ ਇਸ ਚੀਜ਼ ਨੂੰ ਲੈ ਕੇ ਚੱਲਦਾ ਪਿਆ ਆ। ਇਸੇ ਕਰਕੇ ਉਹਨਾਂ ਦਾ ਬਿੱਲ ਵਾਇਰਲ ਕੀਤਾ ਗਿਆ। ਇਸੇ ਸੰਦਰਭ ਦੇ ਵਿੱਚ, ਇਸੇ ਸਥਿਤੀ ਦੇ ਪਿਛੋਕੜ 'ਚ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸਿਰਫ ਔਰ ਸਿਰਫ ਬਦਨਾਮ ਕਰਨ ਦੇ ਸਬੰਧ ਦੇ ਵਿੱਚ ਇਹ ਜਿਹੜੇ ਆਵਾਜ਼ ਜਿਹੜੀ ਉਠਾਈ ਗਈ। ਇਹਨਾਂ ਦਾ ਬੁਨਿਆਦੀ ਹਕੀਕਤ ਨਾਲ ਇਹਨਾਂ ਦੋਵਾਂ ਚੀਜ਼ਾਂ ਦਾ ਕੋਈ ਸਬੰਧ ਨਹੀਂ ਆ। ਸਿੱਧੂ ਸਾਹਿਬ ਦੇਖੋ, ਕਾਰਨ ਇਹ ਆ ਕਿ ਜੇਕਰ ਨਵਜੋਤ ਸਿੱਧੂ ਨੇ ਬਿੱਲ ਨਹੀਂ ਤਾਰਿਆ, ਉਹਦੀ ਕਨੈਕਸ਼ਨ ਕੱਟਿਆ ਜਾ ਸਕਦਾ। ਰੌਲਾ ਪਾਉਣ ਦੀ ਕੀ ਚੱਕਰ ਆ? ਉਹਨੂੰ ਨੋਟਿਸ ਭੇਜਿਆ ਜਾਵੇ। ਆਮ ਬੰਦੇ ਦਾ ਹੁੰਦਾ ਨੋਟਿਸ ਭੇਜਿਆ ਜਾਂਦਾ, ਕੋਈ ਨੋਟਿਸ ਨਹੀਂ। ਤੇ ਸੁਖਬੀਰ ਬਾਦਲ ਦਾ ਕੋਈ ਚੱਕਰ ਨਹੀਂ। ਕਿਤੇ ਨਾ ਕਿਤੇ ਇਹ ਵੀ ਗੱਲ ਹੈ ਕਿ ਬਿਜਲੀ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹੈ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਖੁਦ ਤੇ ਵੀ ਸਵਾਲ ਉੱਠਦੇ ਨੇ ਕਿ ਇੰਨਾ ਬਿੱਲ ਜਿਹੜਾ ਆ ਜਾਂਦਾ ਹੈ ਤੇ ਜਿੱਥੇ ਤੁਸੀਂ ਆਮ ਲੋਕਾਂ ਦੇ ਬਿਜਲੀ ਕਨੈਕਸ਼ਨ ਕੱਟਦੇ ਹੋ ਤਾਂ ਉੱਥੇ ਇਹਨਾਂ ਦਾ ਕਿਉਂ ਨਹੀਂ ਕੱਟਿਆ। ਤਾਂ ਦੂਜੇ ਪਾਸੇ ਜਿਹੜਾ ਸੁਖਬੀਰ ਸਿੰਘ ਬਾਦਲ ਹੋਰੀ ਸਵਾਲ ਚੁੱਕ ਰਹੇ ਆ ਨਵਜੋਤ ਸਿੰਘ ਸਿੱਧੂ ਤੇ ਕਿ ਇਸ ਤਰੀਕੇ ਦੇ ਨਾਲ ਲੱਖਾਂ ਦਾ ਬਿੱਲ ਹੈ, ਤੇ ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਸ਼ਾਇਦ ਇਹ ਭੁੱਲ ਗਏ ਕਿ ਉਹਨਾਂ ਦੇ ਜਿਹੜੇ ਖਾਸ ਜਿਹੜੇ ਹੁੰਦੇ ਸੀਗੇ ਦਿਆਲ ਸਿੰਘ ਕੋਲਿਆਂ ਵਾਲੀ, ਉਹਨਾਂ ਦਾ ਵੀ ਸ਼ਾਇਦ ਕਹਿੰਦੇ ਕਰੀਬ 80 ਲੱਖ ਰੁਪਏ ਦਾ, ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਕਹਿੰਦੇ ਇੰਨੇ ਦਾ ਬਿੱਲ ਪੈਂਡਿੰਗ ਸੀਗਾ। ਉਦੋਂ ਕਿਉਂ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਜਿੱਤਿਆ? ਕਾਰਨ ਤਾਂ ਦੇਖੋ, ਇੱਥੇ ਤਾਂ ਸੌੜੀ ਜਿਹੜੀ ਰਾਜਨੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸ਼ੈਲੀ ਤੇ ਕੁਦਰਤੀ ਤੌਰ ਤੇ ਪ੍ਰਸ਼ਨ ਉੱਠਣੇ ਵਾਜਬ ਨੇ ਕਿ ਬਿਜਲੀ ਮਹਿਕਮਾ ਉਹਨਾਂ ਕੋਲ ਤੇ ਕਿਉਂ ਨਹੀਂ ਉਹਨਾਂ ਵੱਲੋਂ ਸਮੇਂ ਸਿਰ ਕਾਰਵਾਈ ਹੋ ਰਹੀ। ਪੰਜਾਬ ਦੇ ਲੋਕ ਕਿਸ ਤਰੀਕੇ ਨਾਲ ਠੱਗੇ ਜਾ ਰਹੇ ਆ। ਇੱਕ ਪਾਸੇ ਤਾਂ ਬਿਜਲੀ ਸੰਕਟ ਆ, ਦੂਸਰੇ ਬੰਨੇ ਲੋਕਾਂ ਦੇ ਬਿੱਲ ਇੰਨੇ ਆ ਰਹੇ ਆ ਕਿ ਵਰਤਦੇ ਘੱਟ ਆ। ਕਿਸੇ ਦਾ ਲੱਖ ਆ ਗਿਆ, ਕਿਸੇ ਦਾ ਕੁਝ ਆ ਗਿਆ, ਕਿਸੇ ਦਾ ਕੁਝ ਆ ਗਿਆ। ਕਹਿਣ ਦਾ ਅਰਥ ਇਹ ਆ ਕਿ ਜੋ ਵੀ ਹੁਣ ਸੁਖਬੀਰ ਬਾਦਲ ਦੀ ਤੁਸੀਂ ਗੱਲ ਕਰ ਰਹੇ ਜੇ ਉਹ ਪੈਂਡਿੰਗ, ਉਹਦੇ ਕੋਈ ਚੱਕਰ ਨਹੀਂ ਹੈ। ਕਿਉਂ ਉਹ ਚੱਕਰ ਨਹੀਂ? ਕਿਉਂਕਿ ਉਹ ਵਿਰੋਧੀ ਪਾਰਟੀ ਦਾ ਜਾਂ ਨਾ ਕੋਈ ਗੱਲ ਉਹ ਧਿਆਨ ਨਹੀਂ ਹੈ। ਕਿਉਂਕਿ ਇਸ ਵੇਲੇ ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣੀ ਹੋਣ, ਜਾਂ ਕੋਈ ਹੋਰ ਪਾਰਟੀ ਬਸਪਾ ਹੋਵੇ, ਸਾਰਿਆਂ ਦਾ ਟਾਰਗੇਟ ਸਿਰਫ ਔਰ ਸਿਰਫ ਨਵਜੋਤ ਸਿੰਘ ਸਿੱਧੂ, ਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਦਨਾਮ ਕੀਤਾ ਜਾਵੇ। ਹੁਣ ਇਹਦੇ ਵਿੱਚ ਕਾਰਜਕਾਰੀ ਜਿਹੜੀ ਸ਼ੈਲੀ ਆ, ਅਗਰ ਵੇਖਿਆ ਜਾਏ ਤਾਂ ਜਿਹੜੇ ਉਹਨਾਂ ਨੇ ਉਦੋਂ 9 ਮੁੱਦੇ ਉਠਾਏ ਉਹਨਾਂ ਦੇ ਸੰਦਰਭ 'ਚ ਉਹਨਾਂ ਨੇ ਕਿਹੜੀ ਗਲਤ ਕਰ ਰਹੇ, ਪਰ ਨਹੀਂ ਕਿ ਉਹ ਜੇਕਰ ਅਸੀਂ ਉਹ ਗੱਲ ਬਰਦਾਸ਼ਤ ਹੀ ਨਹੀਂ ਕਰਨੀ ਤਾਂ ਉਹ ਜੋ ਮਰਜ਼ੀ ਇਲਜ਼ਾਮ ਲਗਾ ਸਕਦੇ। ਪਰ ਮੁੱਦਾ ਸਿਰਫ ਔਰ ਸਿਰਫ ਇਹ ਆ ਕਿ ਕਿਸੇ ਵੀ ਸੂਰਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੱਕ ਨਾ ਪਹੁੰਚ ਸਕੇ। ਲੜਾਈ ਕੇਵਲ ਜਿਹੜੀ ਸਿਰਫ ਔਰ ਸਿਰਫ ਇੰਨੀ ਆ। ਪਰ ਵੇਖੋ, ਇਹ ਜਿਹੜੀਆਂ ਗੱਲਾਂ ਨੇ, ਇਹ ਗੱਲਾਂ ਪੰਜਾਬ ਦੇ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ। ਅੱਜ ਦੀ ਤਰੀਕ ਦੇ ਵਿੱਚ ਅਗਰ ਤੁਸੀਂ ਪਾਰਟੀਆਂ ਦੀ ਪੋਜੀਸ਼ਨ ਵੇਖੋ ਤਾਂ ਸਾਰੀਆਂ ਪਾਰਟੀਆਂ ਦੀ ਹਾਲਤ ਜਿਹੜੀ ਪਤਲੀ ਹੋਈ ਪਈ। ਜੇਕਰ ਹਾਈ ਕਮਾਂਡ ਦੀ ਕੈਪਟਨ ਅਮਰਿੰਦਰ ਸਿੰਘ ਮਜਬੂਰੀ ਆ ਤਾਂ ਨਵਜੋਤ ਸਿੱਧੂ ਉਹਨਾਂ ਦੀ ਜ਼ਰੂਰਤ ਆ। ਦੋਵਾਂ ਚੀਜ਼ਾਂ ਦਾ ਤਾਲਮੇਲ ਕਰਨਾ ਇਹ ਹਾਈ ਕਮਾਂਡ ਵਾਸਤੇ ਇੱਕ ਕਹਿ ਸਕਦੇ ਕਿ ਜੋਖਮ ਭਰਿਆ ਕੰਮ ਆ। ਪਰ ਉਹਨਾਂ ਨੇ ਆਪਣੇ ਆਪ ਨੂੰ ਸੈੱਟ ਕੀਤਾ, ਕਿਸੇ ਤਰੀਕੇ ਨਾਲ ਸੈੱਟ ਕੀਤਾ। ਪਰ ਨਵਜੋਤ ਆਪਣੇ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਵੱਲੋਂ ਇਹਨਾਂ ਸਾਰੇ ਰਸਤਿਆਂ ਵਿੱਚ ਜਿਹੜੇ ਰੋੜੇ ਲਟਕਾ ਕੇ ਬਸ ਇਹੋ ਹੀ ਆ ਕਿ ਇਹ ਰਸਤਾ ਜਿਹੜਾ ਉਹਨਾਂ ਦਾ ਡੱਕਿਆ ਜਾ ਸਕਦਾ। ਜੀ ਬਿਲਕੁਲ। ਤਾਂ ਆਂਟੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਚਾਹੇ ਸਾਨੂੰ ਪ੍ਰੋਫੈਸਰ ਮਨਜੀਤ ਸਿੰਘ ਆਂਟੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮੁੱਦਿਆਂ ਦੇ ਉੱਪਰ, ਇਸ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਕੀਤੀ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ ਤੇ ਨਵਜੋਤ ਸਿੰਘ ਸਿੱਧੂ ਦੇ ਇਸ ਵਾਇਰਲ ਬਿੱਲ ਦੇ ਬਾਰੇ ਅਸਲ ਕੀ ਸੱਚ ਹੈ ਤੇ ਇਸ ਦੇ ਪਿੱਛੇ ਕੀ ਮਕਸਦ ਹੈ, ਇਸ ਤੋਂ ਵੀ ਸਾਨੂੰ ਜਾਣੂ ਕਰਵਾਇਆ ਗਿਆ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਵਿੱਚ, ਤਦ ਤੱਕ ਦੀ ਇਜਾਜ਼ਤ। ਧੰਨਵਾਦ।